ਐਸਜੀਪੀਸੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਨੇ ਕਿਹਾ ਹੈ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਨਾਲ ਲੱਗਦੇ ਸਾਰੇ ਗੁਰਦੁਆਰਿਆਂ ਵਿੱਚ ਸੋਲਰ ਸਿਸਟਮ ਲਗਵਾਏ ਜਾਣਗੇ। ਤਕਰੀਬਨ ਸਾਰੀਆਂ ਜਿਹੜੀਆਂ ਬਿਲਡਿੰਗਸ ਨੇ, ਕਿਉਂਕਿ ਇੱਥੇ ਚਾਹੀਦਾ ਸਾਨੂੰ ਤਕਰੀਬਨ 2 ਮੈਗਾਵਾਟ। ਸੱਚਾਈ ਇਹ ਹੈ ਕਿ ਜਿਹੜੀ ਅਸੀਂ ਦੇਖੀ ਹੈ, ਵੈਸੇ ਤਾਂ 4 ਮੈਗਾਵਾਟ ਵੀ ਕਰ ਲਈਏ ਉਹ ਵੀ ਲੱਗ ਸਕਦਾ, ਪਰ ਜਿਹੜੀ ਸਾਡੀ ਵਰਤੋਂ ਜਾਂਦੀ ਹੈ ਉਹ ਕੇਵਲ 2 ਮੈਗਾਵਾਟ ਦੇ ਵਿੱਚ ਥੱਲੇ ਰਹਿੰਦੀ ਹੈ। ਸੋ ਉਹਨੂੰ ਪੂਰਾ ਕਰਨ ਵਾਸਤੇ ਫਿਲਹਾਲ ਇਹਨਾਂ ਛੱਤਾਂ ਦੇ ਉੱਤੇ 1 ਮੈਗਾਵਾਟ ਦਾ, ਜਿੰਨੀਆਂ ਸਾਡੀਆਂ ਛੱਤਾਂ ਨੇ ਉਹ 1 ਮੈਗਾਵਾਟ ਦਾ ਉਹਦੇ ਉੱਤੇ ਪ੍ਰਬੰਧ ਹੋ ਰਿਹਾ। ਸੋ 1 ਮੈਗਾਵਾਟ ਦੇ ਨਾਲ ਵੀ ਸਾਡੀ 14 ਲੱਖ ਯੂਨਿਟ ਜਿਹੜੀ ਸਾਲ ਦੀ ਹੈ ਉਹ ਸਾਡੀ ਵਰਤੋਂ 'ਚ ਆਏਗੀ, ਅਤੇ 14 ਲੱਖ ਯੂਨਿਟ ਦੇ ਨਾਲ ਸਾਨੂੰ ਫਿਰ ਥੋੜ੍ਹਾ ਜਿਹਾ ਫਰਕ ਰਹਿ ਜਾਂਦਾ ਜਿਹੜਾ ਕਿ ਬਾਕੀ ਗੈਪ ਪੂਰਾ ਕਰਨਾ ਹੁੰਦਾ। ਉਹਦੇ ਨਾਲ ਸਾਡਾ ਇਹ ਫਾਇਦਾ ਹੋ ਜਾਏਗਾ ਕਿ ਨਾਲ ਦੀਆਂ ਬਿਲਡਿੰਗ ਜਿੱਦਾਂ ਗੁਰੂ ਗ੍ਰੰਥ ਸਾਹਿਬ ਭਵਨ ਰਾਮਸਰ ਸਾਹਿਬ ਹੈ, ਗੁਰੂ ਗ੍ਰੰਥ ਸਾਹਿਬ ਭਵਨ, ਬਾਬਾ ਦੀਪ ਸਿੰਘ ਜੀ ਦੀ ਸਰਾਂ ਹੈ, ਉੱਥੋਂ ਦੇ ਗੁਰਦੁਆਰਾ ਸਾਹਿਬ ਹੈ, ਅਸੀਂ ਵੱਖ-ਵੱਖ ਇਹਨੂੰ ਬਾਈ ਪਾਰਟਸ ਕਰਾਂਗੇ। ਉਹ ਅਸੀਂ ਵੰਡ ਦਿਆਂਗੇ ਕਿ ਉਧਰਲੇ ਪਾਸੇ ਜਿਹੜਾ ਉਹ ਖਪਤ ਹੈ ਉਹ ਉਧਰਲੇ ਪਾਸੇ ਪਾ ਦਿੱਤੀ ਜਾਵੇ। ਅੰਦਾਜ਼ਨ ਕਿੰਨਾ ਕੁ ਫਰਕ ਪਏਗਾ ਬਿਜਲੀ ਦੇ ਬਿੱਲਾਂ ਦੇ ਵਿੱਚ? ਤੁਸੀਂ ਇਹ ਲਾਓ ਵੀ ਇਹ 1/3 ਤੇ ਵੈਸੇ ਹੀ ਕਵਰ ਹੋ ਜਾਣਾ। ਇਹ ਤੋਂ ਜ਼ਿਆਦਾ ਹੀ ਹੋਏਗਾ ਕਿ 1 ਕਰੋੜ 20 ਲੱਖ ਦਾ ਕਹਿੰਦੇ ਕਿ ਬੱਚਤ, ਜਿਹੜੀ 1.25 ਕਰੋੜ ਦੇ ਕਰੀਬ ਜਿਹੜੀ ਹੈ ਸਾਲ ਦੀ ਬੱਚਤ ਸਾਡੀ ਬਿਜਲੀ ਦੀ ਹੋਏਗੀ। ਸੋ ਇਹਦੇ ਨਾਲ ਕਾਫੀ ਫਰਕ ਪਏਗਾ। ਹੋ ਸਕਦਾ ਜ਼ਿਆਦਾ ਵੀ ਹੋ ਜਾਏ, ਕਿਉਂਕਿ ਅਸੀਂ ਜਦੋਂ ਕੰਜੰਪਸ਼ਨ ਦੂਜੀ ਚੀਜ਼ ਹੈਗੀ ਉਹਨੂੰ ਅਸੀਂ ਫਿਰ ਘਟਾਵਾਂਗੇ ਕਿ ਕਿਸੇ ਤਰੀਕੇ ਨਾਲ ਉਹਦੀ ਕੰਜੰਪਸ਼ਨ ਘਟੇ। ਨਾਲੇ ਸਭ ਤੋਂ ਵੱਡੀ ਗੱਲ ਐਡਮਿਨਿਸਟ੍ਰੇਸ਼ਨ ਦੇ ਨਾਲ ਵੀ ਜਦੋਂ ਅਸੀਂ ਦੇਖੀਏ, ਕਈ ਵਾਰੀ ਅਸੀਂ ਘਰਾਂ 'ਚ ਵੀ ਦੇਖਦੇ ਹਾਂ ਕਿ ਲਾਈਟਾਂ ਜਗਾਉਂਦੇ ਹਾਂ ਮੁੜ ਕੇ ਬੁਝਾਉਂਦੇ ਹੀ ਨਹੀਂ, AC ਚਲਾਉਂਦੇ ਹਾਂ ਮੁੜ ਕੇ ਬੁਝਾਉਂਦੇ ਨਹੀਂ। ਔਰ ਮੈਂ ਇਹ ਬੜੀ ਸਖਤੀ ਨਾਲ ਕਹਿ ਦਿੱਤਾ ਹੈ ਕਿ ਜਦੋਂ ਤੁਸੀਂ ਕਮਰੇ 'ਚੋਂ ਬਾਹਰ ਜਾਣਾ ਹੈ, ਹਰ ਦਫ਼ਤਰ ਦੀ ਹਰ ਕਮਰੇ ਦੀ AC ਪੱਖੇ ਲਾਈਟਾਂ ਬੰਦ ਕਰਕੇ ਜਾਣਾ, ਤਾਂ ਜੋ ਜਿਹੜੀ ਫਜ਼ੂਲ ਬਿਜਲੀ ਬਲਦੀ ਹੈ, ਜਿਹੜਾ ਫਜ਼ੂਲ ਸਾਨੂੰ ਬਿੱਲ ਆਉਂਦਾ ਹੈ ਉਹ ਬਚ ਸਕੇ। ਹੋ ਸਕਦਾ ਮੈਨੂੰ ਇਸ ਤਰ੍ਹਾਂ ਲੱਗਦਾ ਹੈ ਕਿ ਜਦ ਅਸੀਂ ਸਾਰੇ ਸੁਚੇਤ ਹੋ ਜਾਵਾਂਗੇ, ਸਾਰੇ ਅਸੀਂ ਇਸ ਗੱਲ ਦੇ ਉੱਤੇ ਮੁਦਈ ਬਣ ਜਾਗੇ ਕਿ ਅਸੀਂ ਖਪਤ ਘਟਾਉਣੀ ਹੈ, ਇਹਦੇ ਨਾਲ ਹੀ ਪੂਰਾ ਕਰਨਾ ਹੈ, ਤੇ ਮੈਨੂੰ ਲੱਗਦਾ ਕਿ ਸਾਡਾ ਬਹੁਤ ਸਾਰਾ ਖਰਚਾ ਜਿਹੜਾ ਘਟ ਸਕਦਾ। ਜੀ ਪਾਣੀ ਦੀ ਵੇਸਟੇਜ ਨੂੰ ਲੈ ਕੇ ਵੀ ਬੜੀ ਉਪਰਾਲੇ ਕੀਤੇ ਗਏ, ਲੇਕਿਨ ਕੋਈ ਉਹ ਸਿਰੇ ਨਹੀਂ ਚੜਿਆ ਅਜੇ ਤੱਕ। ਬਿਲਕੁਲ ਤੁਹਾਡੀ ਗੱਲ ਸਹੀ ਹੈ ਕਿ ਪਾਣੀ ਦੀ ਵੇਸਟੇਜ ਵੀ ਬਹੁਤ ਹੁੰਦੀ ਇੱਥੇ। ਹਰ ਵੇਲੇ ਪਾਣੀ ਬਿਨਾਂ ਮਤਲਬ ਤੋਂ ਚਲਾਈ ਜਾਣਾ, ਬਿਨਾਂ ਮਤਲਬ ਤੋਂ ਪਾਈਪਾਂ ਛੱਡ ਕੇ ਪਾਣੀ ਦੀ ਵੇਸਟੇਜ ਕਰਨੀ, ਉਸ ਪਾਸੇ ਵੀ ਅਸੀਂ ਬੇਟਾ ਧਿਆਨ ਦੇ ਰਹੇ ਹਾਂ ਕਿ ਜਿਹੜੇ ਸਾਡੇ ਨੈਚੁਰਲ ਸੋਰਸਜ਼ ਹੈ ਉਹਨਾਂ ਨੂੰ ਵੀ ਬਚਾਏ ਜਾਣ, ਅਤੇ ਕਿਸੇ ਢੰਗ ਦੇ ਨਾਲ ਜਿਹੜੇ ਸਾਡੇ ਖਰਚੇ ਹੈ ਉਹਨਾਂ ਨੂੰ ਵੀ ਘਟਾਏ ਜਾਣ, ਅਤੇ ਉਸ ਖਰਚਿਆਂ ਨੂੰ ਘਟਾ ਕੇ ਅਸੀਂ ਵੱਧ ਤੋਂ ਵੱਧ ਆਪਣੀ ਆਮਦਨ ਜਿਹੜੀ ਹੈ ਲੋਕਾਂ ਦੇ ਭਲਾਈ ਦੇ ਕੰਮਾਂ 'ਚ ਲਾ ਸਕੀਏ। ਇਹ ਲਗਾਤਾਰ ਸਾਲ ਤੋਂ ਅਸੀਂ ਇਹਦੀ ਮੁਸੀਬਤ ਦਾ ਸਾਹਮਣਾ ਕਰ ਰਹੇ ਹਾਂ। ਸਾਲ ਦੇ ਵਿੱਚ 9 ਮਹੀਨੇ ਤੇ ਐਸੇ ਲੰਘੇ ਜਿਹਦੇ ਨਾਲ ਲੋਕਾਂ ਦੇ ਰੁਜ਼ਗਾਰ ਖਤਮ ਹੋ ਗਏ, ਸਾਡੀ ਰੋਜ਼ੀ ਰੋਟੀ ਬੰਦ ਹੋ ਗਈ, ਆਮਦਨ ਦੇ ਸਾਧਨ ਬੰਦ ਹੋ ਗਏ। ਇਸੇ ਤਰ੍ਹਾਂ ਸਾਡੇ ਗੁਰਧਾਮਾਂ 'ਚ ਗੁਰਦੁਆਰਿਆਂ ਵਿੱਚ ਵੀ ਬਹੁਤ ਵੱਡਾ ਉਹਨਾਂ ਕਰਕੇ ਸਾਡਾ ਨੁਕਸਾਨ ਵੀ ਹੋਇਆ। ਸਰਕਾਰਾਂ ਨੇ ਸੁਚੇਤ ਕਰਨਾ ਹੁੰਦਾ, ਇਹ 'ਚ ਕੋਈ ਸ਼ੱਕ ਨਹੀਂ। ਸਰਕਾਰ ਦੀ ਡਿਊਟੀ ਹੈ, ਹੈਲਥ ਡਿਪਾਰਟਮੈਂਟ ਦੀ ਡਿਊਟੀ ਹੈ ਕਿ ਸੁਚੇਤ ਕਰੇ ਸੰਗਤ ਨੂੰ, ਪਰ ਇੰਨਾ ਪੈਨਿਕ ਨਾ ਕਰੇ ਕਿ ਲੋਕ ਜਿਹੜੇ ਹੈ ਆਪਣੇ ਅਹਿਤਿਆਤ ਰੱਖਦਿਆਂ ਹੋਇਆਂ ਵੀ ਆਪਣੇ ਕਾਰੋਬਾਰ ਬੰਦ ਕਰਕੇ ਬਹਿ ਜਾਣ। ਅਹਿਤਿਆਤ ਰੱਖਣੇ ਬਹੁਤ ਜ਼ਰੂਰੀ ਹੈ, ਸੁਚੇਤ ਹੋਣਾ ਬਹੁਤ ਜ਼ਰੂਰੀ ਹੈ, ਸੋਸ਼ਲ ਡਿਸਟੈਂਸ ਬਣਾ ਕੇ ਰੱਖਣਾ ਜ਼ਰੂਰੀ ਹੈ। ਜੇ ਕਿਸੇ ਨੂੰ ਕੋਈ ਪ੍ਰੋਬਲਮ ਆਉਂਦੀ ਹੈ ਆਪਣੇ ਘਰ 'ਚ ਆਈਸੋਲੇਟ ਕਰਨਾ ਆਪਣੇ ਆਪ ਨੂੰ ਬਹੁਤ ਜ਼ਰੂਰੀ ਹੈ, ਇਹ ਸਰਕਾਰ ਦੀ ਡਿਊਟੀ ਹੈ ਰੱਖੇ। ਪਰ ਇੰਨਾ ਜੇ ਐਡੀਆਂ ਵੱਡੀਆਂ ਰੈਲੀਆਂ ਹੋ ਰਹੀਆਂ, ਕੁੰਭ ਦੇ ਮੇਲੇ ਵਿੱਚ ਲੱਖਾਂ ਦਾ ਇਕੱਠ ਹੋ ਰਿਹਾ, ਉੱਥੇ ਸੰਗਤ ਆਪ ਮੁਹਾਰੇ ਜਾ ਰਹੀ ਹੈ, ਹੋਲੇ ਮਹੱਲੇ ਵਿੱਚ ਆਪ ਮੁਹਾਰੀਆਂ ਸੰਗਤਾਂ ਜਾ ਰਹੀਆਂ, ਇਹ ਸੰਗਤਾਂ ਦੇ ਆਪਣੇ ਵੱਸ ਦੀ ਗੱਲ ਹੈ, ਕਿਉਂਕਿ ਉਹ ਸੁਚੇਤ ਹੋ ਕੇ ਜਾਣ ਅਤੇ ਉਹ ਆਪਣੀ ਸ਼ਰਧਾ ਸਤਿਕਾਰ ਜਿਹੜੀ ਹੈ ਧਾਰਮਿਕ ਸਥਾਨਾਂ ਦੇ ਉੱਤੇ ਅਰਪਣ ਕਰਨ। ਅਤੇ ਜਿੱਥੇ ਰੈਲੀਆਂ ਹੋ ਰਹੀਆਂ, ਸਰਕਾਰ ਨੂੰ ਫਿਰ ਆਪ ਦੇਖਣਾ ਚਾਹੀਦਾ ਉਹ ਰੈਲੀਆਂ ਹੋਣੀਆਂ ਚਾਹੀਦੀਆਂ ਕਿ ਨਹੀਂ ਹੋਣੀਆਂ ਚਾਹੀਦੀਆਂ, ਜਾਂ ਸਿੱਧੇ ਤੌਰ ਦੇ ਉੱਤੇ ਕੰਟਰੋਲ ਕਰਨਾ ਚਾਹੀਦਾ, ਜਾਂ ਪੈਨਿਕ ਨਹੀਂ ਕ੍ਰੀਏਟ ਕਰਨੀ ਚਾਹੀਦੀ। ਪੈਨਿਕ ਕ੍ਰੀਏਟ ਕਰਕੇ ਬਾਕੀ ਕਾਰੋਬਾਰਾਂ 'ਤੇ ਬੜਾ ਅਸਰ ਹੁੰਦਾ ਹੈ। ਲੋਕ ਘਰਾਂ 'ਚੋਂ ਬਾਹਰ ਨਿਕਲ ਕੇ ਆਪਣਾ ਕਾਰੋਬਾਰ ਨਹੀਂ ਕਰ ਸਕਦੇ। ਜਦੋਂ ਕਾਰੋਬਾਰ ਬੰਦ ਹੋ ਗਏ, ਸਮਝ ਲਓ ਸਾਡੀ ਸਾਰੀ ਆਮਦਨ ਖਤਮ ਹੋ ਗਈ। ਲੋਕ ਜਿਹੜੇ ਆਪਣੀ ਰੋਟੀ ਤੋਂ ਵੀ ਆਤਰ ਹੋ ਜਾਂਦੇ। ਜੀ ਇੱਕ ਹੋਰ ਸਵਾਲ ਹੈ ਕਿ DC ਅੰਮ੍ਰਿਤਸਰ ਨੇ ਕਿਹਾ ਸੀ ਸ੍ਰੀ ਹਰਿਮੰਦਰ ਸਾਹਿਬ ਦੇ ਜਿਹੜੇ ਸੰਗਤ ਆਉਂਦੀ ਹੈ ਉਹਨਾਂ ਵਾਸਤੇ ਤੁਹਾਡੇ ਨਾਲ ਮੀਟਿੰਗ ਕੀਤੀ ਜਾਏਗੀ, ਕਿ ਤੁਹਾਨੂੰ ਕੋਈ ਮੀਟਿੰਗ ਹੋਈ ਹੈ ਜੀ DC ਸਾਹਿਬ ਨਾਲ? ਮੇਰੀ ਕਿਸੇ ਵੀ DC ਨੇ ਅਜੇ ਮੀਟਿੰਗ ਨਹੀਂ ਕੀਤੀ। ਅਨੰਦਪੁਰ ਸਾਹਿਬ ਉਹਨਾਂ ਨੇ ਜਦੋਂ ਇੱਕ ਬਿਆਨ ਦਿੱਤਾ ਸੀ, ਉਹਨਾਂ ਦਾ ਜਦੋਂ ਮੈਂ ਅੱਗੋਂ ਬਿਆਨ
ਜਵਾਬ 'ਚ ਦਿੱਤਾ। ਉਹਨਾਂ ਨੇ ਮੈਨੂੰ ਟੈਲੀਫੋਨ ਦੇ ਉੱਤੇ ਸੰਪਰਕ ਕੀਤਾ ਕਿ ਬੀਬੀ ਜੀ ਨਹੀਂ, ਅਸੀਂ ਸੰਗਤ ਲਈ ਨਹੀਂ ਸੀ ਕਿਹਾ, ਅਸੀਂ ਜਿਹੜੇ ਬਾਹਰੋਂ ਵਿਦੇਸ਼ੀ ਆਉਣੇ ਸੀ ਉਹਨਾਂ ਵਾਸਤੇ ਕਿਹਾ ਸੀ। ਸੋ ਅਜੇ ਤੱਕ ਮੇਰੀ ਡਿਪਟੀ ਕਮਿਸ਼ਨਰ ਸਾਹਿਬ ਨਾਲ ਕੋਈ ਗੱਲ ਨਹੀਂ। ਪੰਜਾਬ ਸਰਕਾਰ ਵੱਲੋਂ ਕੋਈ ਗੱਲਬਾਤ ਵਾਸਤੇ ਕੋਈ ਸੁਣਿਆ ਵਧਾਇਆ ਹੋਵੇ ਕਿ ਜਿਹੜੇ ਸਮਾਗਮ ਹੋਣੇ ਆ ਉਹਦੇ ਵਿੱਚ ਕਿੱਦਾਂ ਦੀ ਤਿਆਰ ਰੱਖਣੀ ਹੈ? ਸਾਡੇ ਕੋਲ ਕੋਈ ਨਹੀਂ ਸੀ। ਅਨੰਦਪੁਰ ਸਾਹਿਬ ਦੇ ਸਮਾਗਮ ਵਿੱਚ ਕੀ ਤਬਦੀਲੀ ਕੀਤੀ ਗਈ? ਅਨੰਦਪੁਰ ਸਾਹਿਬ ਕਿਉਂਕਿ ਹੋਲਾ ਮਹੱਲਾ ਜਿਹੜਾ ਉਹ ਸਾਡਾ ਪਰੰਪਰਾਗਤ ਚੱਲ ਰਿਹਾ, ਲੱਖਾਂ ਦੀ ਸੰਗਤ ਉਹਦੇ 'ਚ ਪਹੁੰਚਣੀ ਹੈ। ਜਿਹੜਾ ਵਿਸ਼ੇਸ਼ ਸਮਾਗਮ ਹੈ ਉਹਨੂੰ ਥੋੜ੍ਹਾ ਜਿਹਾ ਅਸੀਂ ਪੋਸਟਪੋਨ ਕੀਤਾ। ਉਹਦਾ ਕਾਰਨ ਸੀ ਕਿ ਵਿਸ਼ੇਸ਼ ਸਮਾਗਮ ਨੂੰ ਅਸੀਂ ਥੋੜ੍ਹਾ ਅੱਗੇ ਪਿੱਛੇ ਕਰ ਸਕਦੇ ਹਾਂ 400 ਸਾਲਾਂ ਦੇ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 400 ਸਾਲਾ ਪ੍ਰਕਾਸ਼ ਉਤਸਵ ਦੇ ਜਿਹੜੇ ਅਸੀਂ ਸਮਾਗਮ 24 ਤੋਂ ਲੈ ਕੇ 28 ਤੱਕ ਰੱਖੇ ਸੀ, ਉਹ ਥੋੜ੍ਹੇ ਅਸੀਂ ਅੱਗੇ ਪਾਏ ਹੈ ਕਿ ਜੇ ਸਰਕਾਰ ਦੇ ਮਨ 'ਚ ਇਹ ਨਾ ਆਵੇ ਕਿ ਉਹ ਤੇ ਹੋਲਾ ਮਹੱਲਾ ਤੇ ਪਰੰਪਰਾਗਤ ਚੱਲਣਾ ਸੀ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਹੈ ਉਹ ਮਹਿਸੂਸ ਕਰਦੀ ਹੈ ਕਿ ਅਸੀਂ ਫਿਰ ਵਾਧੂ ਇਕੱਠ ਜਿਹੜਾ ਉੱਥੇ ਬਹੁਤ ਵੱਡਾ ਹੋ ਜਾਣਾ ਹੈ ਤੇ ਉਹਨੂੰ ਅਸੀਂ ਥੋੜ੍ਹਾ ਘਟਾ ਲਈਏ ਤਾਂ ਜੋ ਅਸੀਂ ਇਹ ਸਮਾਗਮ ਅੱਗੇ ਹੋ ਕੇ ਕਰ ਲਈਏ। ਕੈਲੰਡਰ ਲੈ ਕੇ ਦੁਬਿਧਾ ਹੈ ਜੀ। ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕੈਲੰਡਰ ਛਾਪਿਆ, ਦੁਬਿਧਾ ਨਹੀਂ ਪਾਉਣੀ ਚਾਹੀਦੀ, ਉਹਨਾਂ ਤਰੀਕਿਆਂ ਦੇ ਉੱਤੇ ਆਪਣੇ ਕਾਰਜ ਕਰਨੇ ਚਾਹੀਦੇ। ਉਹਨਾਂ ਦਾ ਕਹਿਣਾ ਕਿ ਵਿਕਰਮੀ ਕੈਲੰਡਰ ਹੈ। ਹਾਂਜੀ, ਉਹ ਕਹਿੰਦੇ ਵਿਕਰਮੀ ਕੈਲੰਡਰ ਹੈ ਜੀ ਇਹ ਜਿਹੜਾ ਹੈਗਾ। ਦੇਖੋ ਜੀ, ਜਿਹੜਾ ਅਸੀਂ ਛਾਪ ਦਿੱਤਾ ਉਹੀ ਸਾਡਾ ਕੈਲੰਡਰ ਹੈ। ਜੀ ਨਗਰ ਕੀਰਤਨ ਚੱਲ ਰਿਹਾ, ਕਿਸ ਤਰ੍ਹਾਂ ਦਾ ਉਤਸ਼ਾਹ ਦੇਖਿਆ? ਬਹੁਤ ਆਨੰਦ ਆ ਰਿਹਾ ਜੀ, ਸੰਗਤ 'ਚ ਇੰਨਾ ਉਤਸ਼ਾਹ, ਮੈਂ ਤੇ ਹੈਰਾਨ ਹੈ। ਅੱਜ ਬਾਰਿਸ਼ ਵੀ ਪੈ ਰਹੀ ਹੈ, ਸਾਰੇ ਰਸਤਿਆਂ ਵਿੱਚ ਫਿਰ ਉਸੇ ਤਰ੍ਹਾਂ ਸੰਗਤਾਂ ਉਮੜ ਕੇ ਆਈਆਂ। ਹਰ ਪਿੰਡ ਵਿੱਚ, ਹਰ ਸ਼ਹਿਰ ਵਿੱਚ ਬਾਹਰ ਨਿਕਲ ਕੇ ਬਹੁਤ ਸ਼ਰਧਾ ਸਤਿਕਾਰ ਦੇ ਨਾਲ ਗੁਰੂ ਪਾਤਸ਼ਾਹ ਨੂੰ ਸਤਿਕਾਰ ਭੇਟ ਕਰ ਰਹੀਆਂ। ਤੇ ਮੈਂ ਬੇਨਤੀ ਵੀ ਕਰਾਂਗੀ ਕਿ ਜਿਨ੍ਹਾਂ ਰਸਤਿਆਂ ਤੋਂ ਜਾਣ, ਸਾਰੀਆਂ ਸੰਗਤਾਂ ਗੁਰੂ ਸਾਹਿਬ ਜੀ ਦੇ ਦਰਸ਼ਨ ਕਰਨ ਤੇ ਉਸ ਦੇ ਇਤਿਹਾਸ ਤੋਂ ਜਾਣਨ। ਆਪ ਨੂੰ ਸ਼ੁਰੂ ਕਰਨ ਜਾ ਰਹੇ, ਮੈਂ ਖੁਸ਼ੀ ਮਹਿਸੂਸ ਕਰਦੀ ਹਾਂ ਕਿ ਕੇਵਲ ਇੱਥੇ ਨਹੀਂ, ਗੁਰਦੁਆਰਾ ਬਾਬਾ ਦੀਪ ਸਿੰਘ ਜੀ ਸ਼ਹੀਦ ਜਾਂ ਹੋਰ ਜਿਹੜੀਆਂ ਬਿਲਡਿੰਗਾਂ ਦੇ ਵਿੱਚ ਸਾਡੇ ਕੋਲ ਸਪੇਸ ਹੋਏਗੀ ਉਹਨੂੰ ਵੀ ਓਨ ਕਰਨਗੇ। ਈਵਨ ਮੈਂ ਉਹਨਾਂ ਨੂੰ ਬੇਨਤੀ ਕੀਤੀ ਸੀ ਤਲਵੰਡੀ ਸਾਬੋ ਤਖਤ ਸਾਹਿਬ 'ਤੇ ਵੀ ਅਸੀਂ ਲਗਾਉਣਾ ਹੈ। ਇਹਨਾਂ ਨੇ ਕਿਹਾ ਵੀ ਪਹਿਲਾਂ ਆਪਾਂ ਇਹਨੂੰ ਕੰਪਲੀਟ ਕਰ ਲਈਏ, ਫਿਰ ਨਾਲ ਹੀ ਉੱਧਰ ਕਰਾਂਗੇ। ਔਰ ਪਹਿਲਾਂ ਇਹਨਾਂ ਨੇ ਆਪਣਾ ਸਾਰੇ ਸੋਰਸਿਸ ਜਿਹੜੇ ਸੀਗੇ ਉਹ ਸਾਰਾ ਇਹਨਾਂ ਨੇ ਪੈਸੇ ਦਾ ਪ੍ਰਬੰਧ ਕਰਕੇ ਸਾਡੇ ਕੋਲ ਪਹੁੰਚੀ ਹੈ। ਮੈਂ ਇਹਨਾਂ ਦਾ ਧੰਨਵਾਦ ਵੀ ਕਰਦੀ ਹਾਂ ਤੇ ਵਧਾਈਆਂ ਵੀ ਦਿੰਦੀ ਹਾਂ। ਆਉਣ ਵਾਲੇ ਸਮੇਂ ਦੇ ਵਿੱਚ ਇਹਨੂੰ ਮੁਕੰਮਲ ਕਰਨ ਦਾ ਟੀਚਾ ਦੱਸ ਰਿਹਾ ਹੈ ਕਿ ਤਕਰੀਬਨ 3.5-4 ਮਹੀਨਿਆਂ ਦੇ ਵਿੱਚ ਇਸ ਨੂੰ ਕੰਪਲੀਟ ਕਰ ਦਿੱਤਾ ਜਾਊ। ਫਿਲਹਾਲ ਜਿਹੜੀ ਇੱਥੋਂ ਜਗ੍ਹਾ, ਕਿਉਂਕਿ ਪਹਿਲਾਂ ਸਾਡੇ ਮਨ 'ਚ ਸੀ ਵੀ ਅਸੀਂ ਬਾਹਰ ਸਾਡਾ ਜਿਹੜਾ ਜਗ੍ਹਾ ਹੈਗੀ ਹੈ ਓਪਨ, ਉਹਦੇ ਵਿੱਚ ਅਸੀਂ ਸਾਰਾ ਵੱਡਾ 4 ਮੈਗਾਵਾਟ ਦਾ ਲਾ ਦਈਏ। ਲੇਕਿਨ ਸਰਕਾਰ ਨੇ ਪਾਲਿਸੀ ਬਣਾ ਦਿੱਤੀ ਹੈ ਕਿ ਬਾਹਰੋਂ ਅਸੀਂ ਲਾ ਕੇ ਬਾਹਰੋਂ ਬਿਜਲੀ ਨਹੀਂ ਲਿਆ ਸਕਾਂਗੇ। ਉਹ ਉਹਨਾਂ ਨੇ ਪਾਲਿਸੀ ਖਤਮ ਕਰ ਦਿੱਤੀ। ਹੁਣ ਸਾਨੂੰ ਸਾਡੇ ਕੰਪਲੈਕਸ ਦੀਆਂ ਛੱਤਾਂ ਵਰਤਣ ਵਾਸਤੇ ਇਹ ਮਜਬੂਰ ਹੋਣਾ ਪਿਆ ਕਿ ਅਸੀਂ ਜਿੰਨੀਆਂ ਸਾਡੀਆਂ ਛੱਤਾਂ ਹਨ ਅਸੀਂ ਉਹਦੇ ਉੱਤੇ ਇਹਦਾ ਪ੍ਰਬੰਧ ਕਰ ਸਕੀਏ। ਪਹਿਲਾਂ ਟੈਕਨੀਕਲੀ ਛੱਤਾਂ ਵੀ ਦੇਖਣੀਆਂ, ਇਹਨੂੰ ਇੱਥੇ ਮੁਹੱਈਆ ਕਰਾ ਸਕਦੇ ਹਾਂ ਸਾਰੀ ਸਹੂਲਤ ਨੂੰ, ਉਹ ਵੀ ਸਾਰਾ ਅਸੀਂ ਟੈਕਨੀਕਲੀ ਚੈੱਕ ਕਰਾ ਲਿਆ। ਥੋੜ੍ਹੇ ਦਿਨਾਂ ਵਿੱਚ, 1 ਹਫ਼ਤੇ ਦੇ ਵਿੱਚ ਇਹ ਕਾਰਜ ਜਿਹੜਾ ਸ਼ੁਰੂ ਹੋ ਜਾਣਾ ਤੇ 4 ਮਹੀਨਿਆਂ 'ਚ ਇਹਨੂੰ ਪੂਰਾ ਕੀਤਾ ਜਾਣਾ। ਔਰ ਇਹਦਾ ਐਸਟੀਮੇਟਲੀ ਇਹ ਸਾਰਾ ਖਰਚ ਜਿਹੜਾ ਜਿੱਥੇ 4.25 ਕਰੋੜ ਇਸ ਕੰਪਲੈਕਸ ਦੇ ਵਿੱਚ ਲੱਗਣਾ, ਨਾਲ ਦੇ ਕੰਪਲੈਕਸਿਸ ਵਿੱਚ ਲਾਉਣ ਵਾਸਤੇ ਤਕਰੀਬਨ 8 ਕਰੋੜ ਦਾ ਸਾਰਾ ਐਸਟੀਮੇਟ ਅਸੀਂ ਲਵਾਇਆ ਕਿ 8 ਕਰੋੜ ਰੁਪਈਆ ਇਹ 'ਤੇ ਖਰਚ ਆਏਗਾ। ਮੈਂ ਧੰਨਵਾਦ ਕਰਦੀ ਹਾਂ ਸਰਦਾਰ ਰਛਪਾਲ ਸਿੰਘ ਜੀ ਤੇ ਨਾਲ ਆਏ ਸਰਦਾਰ ਬਲਦੇਵ ਸਿੰਘ ਜੀ ਹੋਰੀ, ਸਾਰੇ ਭਰਾਵਾਂ ਦਾ, ਜਿਨ੍ਹਾਂ ਨੇ ਏਡਾ ਵੱਡਾ ਕਾਰਜ ਆਪਣੇ ਮੋਢਿਆਂ 'ਤੇ ਲੈ ਕੇ ਆਪ ਪਿਆਰ ਤੇ ਸਤਿਕਾਰ ਦੇ ਨਾਲ ਇਹਨੂੰ ਨੇਪਰੇ ਚਾੜਨ ਵਾਸਤੇ ਜ਼ਿੰਮੇਵਾਰੀ ਚੁੱਕੀ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਾਰੀ ਸੰਸਥਾ ਵੱਲੋਂ, ਸਾਰੇ ਮੈਂਬਰ ਸਾਹਿਬਾਨ, ਐਗਜ਼ੈਕਟਿਵ ਕਮੇਟੀ, ਜਿੱਥੇ ਅਸੀਂ ਖੁਸ਼ੀ ਮਹਿਸੂਸ ਕਰ ਰਹੇ ਹਾਂ। ਮੈਂ ਸਮਝਦੀ ਸਿੱਖ ਕੌਮ ਨੇ ਵੀ ਇਸ ਗੱਲ ਨੂੰ ਬੜਾ ਖੁਸ਼ੀ ਮਹਿਸੂਸ ਕੀਤੀ ਸੀ ਜਿਸ ਦਾ ਐਲਾਨ ਕੀਤਾ ਸੀ। ਸੋ ਆਉਣ ਵਾਲੇ ਸਮੇਂ 'ਚ ਅਸੀਂ ਹੋਰ ਵੀ ਇਹਨਾਂ ਨੂੰ ਸੇਵਾਵਾਂ ਵਾਸਤੇ ਬੇਨਤੀ ਕਰਾਂਗੇ ਕਿ ਇਹਨੂੰ ਕੰਪਲੀਟ ਕਰਕੇ ਸਾਡੇ ਨਾਲ ਸਹਿਯੋਗ ਦੇਣ। ਵਿਦੇਸ਼ਾਂ 'ਚ ਤੁਸੀਂ ਬੈਠੇ ਹੋ, ਚੰਗੀ ਤੁਹਾਡੀ ਸੋਚ ਹੈ, ਕਿਉਂਕਿ ਹਰ ਸਿੱਖ ਦਾ ਫਰਜ਼ ਹੈ ਕਿ ਦਸਵੰਧ ਕੱਢੇ ਗੁਰੂ ਘਰ ਵਾਸਤੇ। ਤੇ ਦਸਵੰਧ ਨੂੰ ਵਰਤਣਾ ਕਿੱਥੇ ਹੈ? ਦੇਖੋ, ਅੱਜ ਹਰ ਸਿੱਖ ਦਸਵੰਧ ਕੱਢਣ ਨੂੰ ਤਿਆਰ ਹੈ, ਲੇਕਿਨ ਬਹੁਤ ਸਾਰੇ ਭੰਬਲ ਭੂਸੇ ਜਦੋਂ ਸਿੱਖਾਂ ਵਿੱਚ ਪੈ ਜਾਂਦੇ ਹੈ ਉਦੋਂ ਉਹ ਦਸਵੰਧ ਕੱਢਣ ਵਿੱਚ ਕਈ ਵਾਰੀ ਝਿਜਕ ਵੀ ਮਹਿਸੂਸ ਕਰਦੇ ਆ। ਪਰ ਮੈਂ ਸਮਝਦੀ ਹਾਂ ਕਿ ਚੰਗੀ ਸੋਚ ਰੱਖਣ ਵਾਲੇ ਸਿੱਖ ਜਿਹੜੇ ਹੈ
ਉਹ ਅੱਜ ਫਖਰ ਨਾਲ ਕਹਿੰਦੇ ਆ ਕਿ ਅਸੀਂ ਹਰ ਆਪਣੀ ਆਮਦਨ ਦੇ ਵਿੱਚੋਂ ਦਸਵੰਧ ਕੱਢ ਕੇ ਗੁਰੂ ਘਰ ਚਲਾਈਏ, ਸੰਗਤਾਂ ਨੂੰ ਫੈਸਿਲਿਟੀ 'ਚ ਦਈਏ, ਸੰਗਤਾਂ ਦੇ ਜਿਹੜੀ ਆਈ ਸੇਵਾ ਉਹਨੂੰ ਅਸੀਂ ਹੋਰ ਅੱਗੇ ਵਧਾਈਏ। ਸੋ ਮੇਰੇ ਵਾਸਤੇ ਵੱਡੇ ਸਾਡੇ ਭਾਗ ਹੈ ਕਿ ਇਹੋ ਜਿਹੇ ਸਿੱਖ ਸਾਡੇ ਸੱਜੇ ਖੱਬੇ ਬੈਠੇ ਜਿਹੜੇ ਹੈ ਉਹ ਇਸ ਸਥਾਨ ਉੱਤੇ ਆਏ ਹੈ। ਉਚੇਚੇ ਤੌਰ ਦੇ ਉੱਤੇ ਕੈਲੀਫੋਰਨੀਆ ਤੋਂ ਪਹੁੰਚ ਕੇ ਉਹਨਾਂ ਨੇ ਇਹ ਕਾਰਜ ਸ਼ੁਰੂ ਕੀਤਾ। ਮੈਂ ਬਹੁਤ ਬਹੁਤ ਵਧਾਈ ਵੀ ਦਿੰਦੀ ਹਾਂ ਅਤੇ ਬਹੁਤ ਧੰਨਵਾਦ ਵੀ ਕਰਦੀ ਹਾਂ ਅਤੇ ਆਸ ਵੀ ਕਰਾਂਗੀ ਕਿ ਇਹ ਜਿਸ ਚਾਅ ਦੇ ਨਾਲ ਇਸ ਕਾਰਜ ਨੂੰ ਕਰਨ ਲੱਗੇ ਹੈ ਉਸੇ ਚਾਅ ਨੂੰ ਅੱਗੇ ਵਧਾਉਣਗੇ ਅਤੇ ਸਾਡੇ ਨਾਲ ਇਸੇ ਤਰ੍ਹਾਂ ਸਾਂਝ ਪਾ ਕੇ ਇਸ ਸੰਸਥਾ ਦੀ ਮਹਾਨਤਾ ਨੂੰ ਦੇਖਦੇ ਹੋਇਆਂ, ਇਸ ਸੰਸਥਾ ਦੇ ਕਾਰਜਾਂ ਨੂੰ ਵੇਖਦੇ ਹੋਇਆਂ ਆਉਣ ਵਾਲੇ ਸਮੇਂ 'ਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਚਲਾਏ ਜਾ ਰਹੇ ਕਾਲਜ, ਸਕੂਲ, ਹਸਪਤਾਲ, ਮੈਡੀਕਲ ਕਾਲਜ ਜਾਂ ਸਾਡੇ ਗੁਰਦੁਆਰੇ ਗੁਰਧਾਮ ਉਹਨਾਂ ਵਿੱਚ ਵੱਖ-ਵੱਖ ਸਹੂਲਤਾਂ ਦੇ ਨਾਲ ਸਾਡੇ ਹਮੇਸ਼ਾ ਹੀ ਸਹਿਯੋਗੀ ਬਣਦੇ ਰਹਿਣ।